कई बार अजिहे मामले सामने आते हैं जो सोचण ते मजबूर करते हैं कि वाकई कानून सब दे लई बराबर है या फिर महकमा अपनी मर्जी मुताबिक या सामने वाले दा रसूख देख के कानून दे विच या तां सख्ती करते हैं या फिर ढिल वरतते हैं। चीज़ ਨੂੰ ਪ੍ਰੋਟੈਸਟ ਕੀਤਾ ਜਿਹੜੀ ਇਨਵੈਸਟੀਗੇਸ਼ਨ ਉਹ ਬਾਇਸ ਹੈ ਇਨ ਦੀ ਹੈਂਡਸ ਆਫ ਦੀ ਅਕਿਊਜ਼ਡ ਇਹ ਅਕਿਊਜ਼ਡ ਨਾਲ ਰਲ ਕੇ ਉਹਦੇ ਖਿਲਾਫ ਜਿਹੜੀ ਕੈਂਸਲੇਸ਼ਨ ਫਾਈਲ ਕਰ ਰਿਹਾ ਜਿਹੜਾ ਵਿਕਟਿਮ ਹੈ ਐਗਰੀਵਡ ਪਰਸਨ ਹੈ ਉਹਦੀ ਕੋਈ ਸੁਣਵਾਈ ਨਹੀਂ ਹੈ। ਉਹ ਲਗਾਤਾਰ ਇਦਾਂ ਦੀਆਂ ਸਿੱਖਾਂ ਨੂੰ ਚੜਾਉਣ ਵਾਲੀਆਂ ਗੱਲਾਂ ਕਰਦਾ ਰਿਹਾ ਹੈ। ਇਸ ਵਾਰ ਤਾਂ ਉਹਨੇ ਸਿੱਧੀ ਬੇਹੱਦ ਬਦਤਮੀਜ਼ੀ ਕਰ ਦਿੱਤੀ ਨਾ ਕਿ ਉਹ ਸਿੱਧਾ ਗੁਰੂ ਮਹਾਰਾਜ ਦੀ ਹੀ ਤੁਲਨਾ ਇੱਕ ਨਸ਼ੇ ਵਾਲੇ ਬੰਦੇ ਦੇ ਨਾਲ ਜਾਂ ਡੇਰੇ ਦੇ ਸਾਧ ਨਾਲ ਕਰਨ ਲੱਗ ਪਿਆ। ਮੇਰੀ ਸਰਕਾਰ ਪਤਾ ਕਿੰਨਾਂ ਦੇ ਬੱਚੇ ਕਿੰਨਾਂ ਦੀਆਂ ਅੰਸ਼ਵੰਸ਼ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਜਿਸ ਤਰੀਕੇ ਦੇ ਨਾਲ ਇਹ ਸਾਰਾ ਕੇਸ ਚੱਲਿਆ ਆ ਉਹਦੇ ਵਿੱਚ ਸਭ ਤੋਂ ਅਹਿਮ ਚੀਜ਼ ਨੋਟ ਕਰਨ ਵਾਲੀ ਇਹ ਆ ਵੀ ਜਿਸ ਮੁਲਕ ਨੂੰ ਲੋਕਤੰਤਰ ਕਿਹਾ ਜਾਂਦਾ ਜਿੱਥੇ ਇਹਦੀਆਂ ਬੜੇ ਗੁਣਗਾਨ ਕੀਤੇ ਜਾਂਦੇ ਆ ਪਰ ਇਸੇ ਮੁਲਕ ਦੇ ਵਿੱਚ ਹਜ਼ਾਰਾਂ ਐਸੇ ਕੇਸ ਆ ਜਿਹੜੇ ਇਹ ਸਿੱਧ ਕਰਦੇ ਆ ਵੀ ਇੱਥੇ ਕਾਨੂੰਨ ਜਿਹੜਾ ਆ ਉਹ ਇਕੁਅਲ ਨਹੀਂ ਆ। कई बार अजिहे मामले सामने आते हैं जो सोचण ते मजबूर करते हैं कि वाकई कानून सब दे लई बराबर है या फिर महकमा अपनी मर्जी मुताबिक या सामने वाले दा रसूख देख के कानून दे विच या तां सख्ती करते हैं या फिर ढिल वरतते हैं। द खबरसार देख रहे सारे ही दर्शकों का स्वागत है। मैं हाँ तुहाडे नाल ठाकुर अमनदीप सिंह। मामला है पंजाब दे मशहूर गायक गुरदास मान दे नाल जुड़िया होया। सवाल ये भी है कि हुण गुरदास मान वड्डे कानूनी संकट दे विच घिरनगे। तुहानूं याद होना कुछ दिन पहला एक विवादित वीडियो सामने आया सी जिस दे विच गुरदास मान सिੱਖੀ सिद्धांतां ते उल्ट जाके गुरु साहिबान बारे एक टिप्पणी कर रहे सी। साडे नाल एडवोकेट रमनदीप सिंह गिल ते शिकायतकर्ता भी मौजूद ने हरजिंदर सिंह जी ते मनजीत सिंह जी। गलबात करांगे पुछांगे कि आखिर वो मामला हुण पहुंचा कित्थे है। एडवोकेट साहब जे मैं गलत नहीं तो परचा भी दर्ज होया सी ਤੇ ਹੇਠਲੀ ਅਦਾਲਤ ਤੋਂ ਐਂਟੀਸਪੇਟਰੀ ਬਿੱਲ ਕੈਂਸਲ ਹੋਈ ਸੀ। ਹਾਈ ਕੋਰਟ ਤੋਂ ਜਾ ਕੇ ਗੁਰਦਾਸ ਮਾਨ ਨੂੰ ਆਪਣੀ ਬੇਲ ਜੋ ਐਂਟੀਸਪੇਟਰੀ ਉਹ ਲੈਣੀ ਪਈ ਸੀ। ਬਿਲਕੁਲ ਜੀ, ਇਹ ਮਾਮਲਾ ਪਿਛਲੇ ਸਾਲ 21 ਅਗਸਤ ਦੇ ਲਗਭਗ ਨੇੜੇ ਤੇੜੇ ਦਾ ਹੈ ਜਦੋਂ ਕਿ ਸਿੱਖ ਆਰਗੇਨਾਈਜੇਸ਼ਨਸ ਨੇ ਪ੍ਰੋਟੈਸਟ ਲੇ ਡਾਊਨ ਕੀਤਾ ਜਦੋਂ ਇੱਕ ਵੀਡੀਓ ਵਾਇਰਲ ਹੋਈ ਜਦੋਂ ਟਿੱਪਣੀ ਕੀਤੀ ਗਈ ਗੁਰਦਾਸ ਮਾਨ ਵੱਲੋਂ। ਉਸ ਤੋਂ ਬਾਅਦ ਇਹਨਾਂ ਨੇ ਪ੍ਰੋਟੈਸਟ ਲਾਇਆ ਕਿ ਇਹਨਾਂ ਨੇ ਥਾਣਾ ਵੀ ਘੇਰਿਆ ਗਿਆ। ਸਿਟੀ ਨਕੋਦਰ ਥਾਣੇ ਦੀ ਗੱਲ ਹੈ। ਉਸ ਤੋਂ ਬਾਅਦ ਜ਼ੋਰ ਜਦੋਜਹਿਦ ਜਦੋਂ ਚੱਲੀ ਉਸ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ। ਉਹਦੇ ਵਿੱਚ 295 ਇਹ ਹੈ ਜਿਹੜਾ ਉਹਦਾ ਵਾਧਾ ਕੀਤਾ ਗਿਆ। ਰਿਲੀਜੀਅਸ ਸੈਂਟੀਮੈਂਟਸ ਦੇ ਜਿਹੜੇ ਖਿਲਾਫ ਗਿਆ ਜਿਹੜਾ ਬੋਲਿਆ ਗੁਰਦਾਸ ਮਾਨ ਜਦੋਂ FIR ਰਜਿਸਟਰ ਹੋ ਚੁੱਕੀ ਹੈ ਉਸ ਤੋਂ ਬਾਅਦ ਗੁਰਦਾਸ ਮਾਨ ਨੇ ਲੋਅਰ ਕੋਰਟ 'ਚ ਆਪਣੀ ਐਂਟੀਸਪੇਟਰੀ ਬੇਲ ਫਾਈਲ ਕੀਤੀ। ਉਹ ਡਿਸਮਿਸ ਹੋ ਗਈ। ਉਸ ਤੋਂ ਬਾਅਦ ਹਾਈ ਕੋਰਟ ਤੋਂ ਉਹਨੂੰ ਰਿਲੀਫ ਮਿਲਿਆ ਗਿਆ। ਐਂਟੀਸਪੇਟਰੀ ਬੇਲ ਉਹਦੀ ਸੀਗੀ ਜਿਹੜੀ ਅਲਾਉਡ ਕੀਤੀ ਗਈ। ਇਹ ਵੀ ਅਜੇ ਵੇਖਣ ਵਾਲੀ ਗੱਲ ਹੈ ਕਿ ਫਿਲਹਾਲ ਅਸੀਂ ਉਸ ਤੋਂ ਬਾਅਦ ਕਿੰਨੇ ਹੀ ਮਹੀਨੇ ਚਲੇ ਗਏ 6-7 ਮਹੀਨੇ ਤੋਂ ਬਾਅਦ ਕੋਈ ਕਾਰਵਾਈ ਨਹੀਂ ਨਾ ਹੀ ਕਿਸੇ ਕੰਪਲੇਨੈਂਟ ਨੂੰ ਬੁਲਾਇਆ ਗਿਆ ਐਗਰੀਵਡ ਪਰਸਨਸ ਨੂੰ ਬੁਲਾਇਆ ਗਿਆ ਔਰ ਹੋ ਸਕਦਾ ਸ਼ਾਇਦ ਗੁਰਦਾਸ ਮਾਨ ਨੂੰ ਵੀ ਥਾਣੇ ਨਾ ਬੁਲਾਇਆ ਹੋਵੇ। ਲੇਕਿਨ ਤੁਸੀਂ ਕਹਿ ਰਹੇ ਹੋ ਪੁਲਿਸ ਨੇ ਖੁਦ ਜੁਰਮ 'ਚ ਵਾਧਾ ਕੀਤਾ 295 ਲਾਈ ਹੈ ਤੇ ਪੁਲਿਸ ਨੂੰ ਮਤਲਬ ਪਤਾ ਹੈ ਕੀ ਕੁਝ ਹੋਇਆ। ਬਿਲਕੁਲ ਇਹਨਾਂ ਵੱਲੋਂ ਜਦੋਂ ਕੰਪਲੇਂਟ ਦਿੱਤੀ ਗਈ ਸੀ ਸਿੱਖ ਆਰਗੇਨਾਈਜੇਸ਼ਨ ਵੱਲੋਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਨਾਲ ਮਨਜੀਤ ਸਿੰਘ ਵੀ ਪਾਰਟੀ ਨੇ ਉਸ ਕੇਸ 'ਚ ਤੇ ਇਹਨਾਂ ਨੇ ਜਦੋਂ ਫਾਈਲ ਕੀਤੀ ਉੱਥੇ ਕੰਪਲੇਂਟ 'ਚ ਇਹਨਾਂ ਨੇ ਆਪ ਕੋਗਨੀਸੈਂਸ ਲੈ ਕੇ 295 ਇਹ ਧਾਰਾ ਦਾ ਵਾਧਾ ਕੀਤਾ ਸੀ ਉਸ ਕੰਪਲੇਂਟ 'ਚ। ਉਸ ਤੋਂ ਬਾਅਦ 6 ਮਹੀਨੇ ਬੀਤਣ ਤੋਂ ਬਾਅਦ ਜਦੋਂ ਮਦਈ ਨੇ ਸਾਨੂੰ ਅਪਰੋਚ ਕੀਤਾ ਸਾਨੂੰ ਕਿਹਾ ਗਿਆ ਵੀ ਸਾਡੇ ਕੇਸ 'ਚ ਕੋਈ ਵੀ ਅੱਗੇ ਜਿਹੜੀ ਕਾਰਵਾਈ ਹੈ ਉਹ ਕੁਝ ਵੀ ਨਹੀਂ ਹੋਈ। ਉਸ ਤੋਂ ਬਾਅਦ ਬਿਲਕੁਲ ਉੱਥੇ ਹੀ ਸਟਾਪ ਲੱਗ ਗਿਆ ਬਿਲਕੁਲ। ਅਸੀਂ ਉਸ ਤੋਂ ਬਾਅਦ ਇੱਕ ਪ੍ਰੈਜੈਂਟੇਸ਼ਨ ਭੇਜੀ SSP ਰੂਰਲ ਨੂੰ ਜਲੰਧਰ ਨੂੰ ਤੇ ਇੱਕ ਮਾਨਯੋਗ SHO ਸਾਹਿਬ ਨੂੰ ਭੇਜੀ ਕਿ ਤੁਸੀਂ ਇਸ ਕੇਸ ਜਿਹੜੀ ਟਾਈਮ ਬਾਉਂਡ ਹੈ ਜਿਹੜਾ ਮੈਂਡੇਟ ਹੈ CRPC ਦਾ 60 ਦਿਨਾਂ ਦੇ ਵਿੱਚ ਚਲਾਨ ਸਬਮਿਟ ਕਰਨਾ ਸੀ ਤੁਸੀਂ ਹਜੇ ਤੱਕ ਕੀਤਾ ਨਹੀਂ ਹੈ। ਚਿੱਠੀ ਅਸੀਂ ਭੇਜੀ 31 ਦਸੰਬਰ 2021 ਨੂੰ ਉਹਦਾ ਕੋਈ ਜਵਾਬ ਨਹੀਂ ਆਇਆ ਜਦ ਕਿ ਉਹ ਡਿਲੀਵਰ ਹੋ ਚੁੱਕੀ ਸੀ ਚਿੱਠੀ ਤੋਂ ਬਾਅਦ ਅਸੀਂ ਅੱਜ ਤੱਕ ਜਵਾਬ ਨਹੀਂ ਆਇਆ। ਨਹੀਂ ਅੱਜ ਤੱਕ ਕੋਈ ਜਵਾਬ ਨਹੀਂ ਆਇਆ। ਉਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਔਰ ਰਿਪਰੈਜ਼ੈਂਟੇਸ਼ਨ ਦੇ ਦੌਰਾਨ ਅਸੀਂ ਡਾਇਰੈਕਸ਼ਨ ਫਾਈਲ ਕੀਤੀ ਹਾਈ ਕੋਰਟ 'ਚ। ਹਾਈ ਕੋਰਟ 'ਚ ਅਸੀਂ ਜਦੋਂ ਪਟੀਸ਼ਨ ਜਿਹੜੀ 482 ਦੇ ਅੰਡਰ ਫਾਈਲ ਕੀਤੀ ਸੀ ਉਹ ਅਸੀਂ ਵਿਡਰਾਅ ਕੀਤੀ। ਇਸ ਕਰਕੇ ਵਿਡਰਾਅ ਕੀਤੀ ਕਿਉਂਕਿ ਸਾਨੂੰ ਉਹਦੇ 'ਚ ਆਰਡਰ ਇਹ ਕਰਾਉਣਾ ਸੀ ਕਿ ਐਜ਼ ਪਰ ਰੈਮੇਡੀ ਸਾਨੂੰ ਐਜ਼ ਪਰ ਲਾਅ ਜਿਹੜੀ ਰੈਮੇਡੀ ਆਪਣੀ ਅਵੇਲ ਕੀਤੀ ਜਾਵੇ ਟ੍ਰਾਇਲ ਕੋਰਟ ਤੋਂ। ਔਰ ਜਦੋਂ ਅਸੀਂ ਉਹ ਆਰਡਰ ਵੀ ਨਾਲ ਇੱਥੇ ਫਾਈਲ 'ਚ ਆਪਣੇ ਲਗਾਇਆ ਇੱਥੇ ਪ੍ਰੋਟੈਸਟ ਕੀਤਾ ਸੀ 156 ਡਾਇਰੈਕਸ਼ਨ ਫਾਈਲ ਕੀਤੀ। ਉਹਦੇ ਵਿੱਚ ਉਹਦੇ ਦੌਰਾਨ ਪੁਲਿਸ SHO ਨੂੰ ਡਾਇਰੈਕਟ ਨੋਟਿਸ ਹੋਇਆ ਹੈ ਕਿ ਉਹ ਆ ਕੇ ਪੇਸ਼ ਹੋਣ ਇੱਥੇ। ਉਹਨਾਂ ਨੇ ਆਪਣਾ ਜਵਾਬ ਇਹ ਰੱਖਿਆ ਕਿ ਅਸੀਂ ਇਸ ਕੇਸ 'ਚ ਕੈਂਸਲੇਸ਼ਨ ਰਿਪੋਰਟ ਫਾਈਲ ਕਰਨ ਜਾ ਰਹੇ ਹਾਂ। ਕੈਂਸਲੇਸ਼ਨ ਰਿਪੋਰਟ ਫਾਈਲ ਤਾਂ ਕਰਨਗੇ ਨਾ ਜੇ ਦੋਨੋਂ ਪੱਖਾਂ ਦੇ ਬਿਆਨ ਲਏ ਨੇ। ਬਿਆਨਾਂ ਤੋਂ ਬਾਅਦ ਪੁਲਿਸ ਨੂੰ ਲੱਗਿਆ ਵੀ ਨਹੀਂ ਪਰਚਾ ਗਲਤ ਹੋਇਆ ਹੈ ਐਵੀਡੈਂਸ ਠੀਕ ਨਹੀਂ ਹੈ। ਇਹਨਾਂ ਨੇ ਬਿਆਨ ਲਏ ਨੇ ਸਟੇਟਮੈਂਟਸ ਲਈਆਂ ਨੇ ਔਨ ਰਿਕਾਰਡ
ਇਹਨਾਂ ਦਾ ਕੋਈ ਬਿਆਨ ਨਹੀਂ ਲਿਆ ਗਿਆ। ਇਸੇ ਕਰਕੇ ਅਸੀਂ ਰਿਪਰੈਜ਼ੈਂਟੇਸ਼ਨ ਭੇਜੀ ਸੀ ਤੇ ਡਾਇਰੈਕਸ਼ਨ ਫਾਈਲ ਕੀਤੀ। ਅਸੀਂ ਇਸ ਚੀਜ਼ ਨੂੰ ਪ੍ਰੋਟੈਸਟ ਕੀਤਾ, ਜਿਹੜੀ ਇਨਵੈਸਟੀਗੇਸ਼ਨ ਉਹ ਬਾਇਸ ਹੈ ਇਨ ਦੀ ਹੈਂਡਸ ਆਫ ਦੀ ਅਕਿਊਜ਼ਡ। ਇਹ ਅਕਿਊਜ਼ਡ ਨਾਲ ਰਲ ਕੇ ਉਹਦੇ ਖਿਲਾਫ ਜਿਹੜੀ ਕੈਂਸਲੇਸ਼ਨ ਫਾਈਲ ਕਰ ਰਿਹਾ, ਜਿਹੜਾ ਵਿਕਟਮ ਹੈ ਐਗਰੀਵਡ ਪਰਸਨ ਹੈ, ਉਹਦੀ ਕੋਈ ਸੁਣਵਾਈ ਨਹੀਂ ਹੈ। ਅਸੀਂ ਜਿਹੜੀ ਡਾਇਰੈਕਸ਼ਨ ਫਾਈਲ ਕੀਤੀ, ਨੋਟਿਸ ਹੋਇਆ, ਨੋਟਿਸ ਹੋਣ ਤੋਂ ਬਾਅਦ ਐਸਐਚਓ ਉੱਥੇ ਅਪੀਅਰ ਹੋਏ ਨੇ। ਐਸਐਚਓ ਨੇ ਸਟਿਲ ਇਹੀ ਆਪਣਾ ਜਵਾਬ ਦਿੱਤਾ ਕਿ ਸਾਡੀ ਜਿਹੜੀ ਅਪਰੂਵਲ ਲਈ ਪੈਂਡਿੰਗ ਐਸਐਸਪੀ ਸਾਹਿਬ ਕੋਲ ਸਾਡੀ ਕੈਂਸਲੇਸ਼ਨ ਰਿਪੋਰਟ, ਉਹਨਾਂ ਦੀ ਅੱਗੇ ਇੱਕ 4 ਤਰੀਕ ਪਈ ਹੈ 29 ਅਪ੍ਰੈਲ ਦੀ। ਜੇ ਕੈਂਸਲੇਸ਼ਨ ਰਿਪੋਰਟ ਫਾਈਲ ਹੁੰਦੀ ਹੈ ਫਿਰ ਵੀ ਸਾਡਾ ਰਾਈਟ ਬਣਦਾ ਸੀ ਉਹਨੂੰ ਪ੍ਰੋਟੈਸਟ ਪਟੀਸ਼ਨ ਦੇ ਦੌਰ ਤੇ, ਉਹ ਜੇ ਜੱਜ ਸਾਹਿਬ ਸਾਡੇ ਮਾਨਯੋਗ ਜੱਜ ਸਾਹਿਬ ਜਿਹੜੇ ਉਹਨੂੰ ਕੋਗਨੀਜ਼ੈਂਸ ਲੈ ਕੇ ਪ੍ਰਾਈਵੇਟ ਕੰਪਲੇਂਟ ਉਹਨੂੰ ਦੇ ਸਕਦੇ ਕਰਾਰ। ਤੁਹਾਨੂੰ ਜਦੋਂ ਪਤਾ ਲੱਗਿਆ ਵੀ ਮੇਰੀ ਕੰਪਲੇਂਟ ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਉਸ ਤੋਂ ਬਾਅਦ ਤੁਸੀਂ ਐਡਵੋਕੇਟ ਸਾਹਿਬ ਨੂੰ ਸੰਪਰਕ ਕੀਤਾ, ਇਨ ਬਿਟਵੀਨ ਕਿਸੇ ਨੇ ਤੁਹਾਨੂੰ ਵੈਸੇ ਅਪਰੋਚ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਬਈ ਰਹਿਣ ਦਿਓ, ਕੰਪਲੇਂਟ ਵਾਪਸ ਲੈ ਲਓ ਜਾਂ ਕੰਪਰੋਮਾਈਜ਼ ਕਰ ਲਓ ਜਾਂ ਮਾਫੀ ਮੰਗਦੇ ਨੇ ਜਾਂ ਮਾਫੀ ਮੰਗੀ ਹੈ ਜਾਂ ਨਹੀਂ ਮੰਗੀ? ਦਬਾਅ ਤੇ ਕਈ ਤਰ੍ਹਾਂ ਦੇ ਹੋਰ ਵੀ ਮਤਲਬ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਬਟ ਡਾਇਰੈਕਟਲੀ ਕਿਸੇ ਨੇ ਇਦਾਂ ਦੀ ਮਤਲਬ ਸਿੱਧੇ ਤਰੀਕੇ ਨਾਲ ਗੱਲ ਨਹੀਂ ਕੀਤੀ ਹੈ, ਕਿਉਂਕਿ ਉਹਨਾਂ ਦੇ ਕੋਲ ਬਹੁਤ ਸਾਰੇ ਇਦਾਂ ਦੇ ਟੂਲਸ ਰਹਿੰਦੇ ਆ ਜਿਹਦੇ ਜ਼ਰੀਏ ਉਹ ਸਾਨੂੰ ਅਪਰੋਚ ਕੀਤਾ ਤੇ ਇਸ ਗੱਲ ਬਾਰੇ ਜਾਣ ਕੇ ਉਹਨਾਂ ਨੇ ਕਿਹਾ ਕਿ ਕੋਈ ਵਿੱਚ ਦਾ ਰਸਤਾ ਲੱਭ ਕੇ ਇਹਨੂੰ ਸੈਟਲਡ ਕਰਨਾ ਚਾਹੀਦਾ। ਤੇ ਆਪਾਂ ਇਸ ਚੀਜ਼ ਤੇ ਤਾਂ ਬਿਲਕੁਲ ਕਲੀਅਰ ਹੈ ਨਾ, ਕਿਉਂਕਿ ਗੁਰਦਾਸ ਮਾਨ ਦੀ ਕੋਈ ਪਹਿਲੀ ਇਦਾਂ ਦੀ ਘਟਨਾ ਨਹੀਂ ਹੈ ਜਿਹੜੀ ਇਦਾਂ ਦੀ ਹੋਈ ਹੋਵੇ। ਉਹ ਲਗਾਤਾਰ ਇਦਾਂ ਦੀਆਂ ਸਿੱਖਾਂ ਨੂੰ ਚੜਾਉਣ ਵਾਲੀਆਂ ਗੱਲਾਂ ਕਰਦਾ ਰਿਹਾ ਹੈ। ਇਸ ਵਾਰ ਤਾਂ ਉਹਨੇ ਸਿੱਧੀ ਮਤਲਬ ਬੇਹੱਦ ਮਤਲਬ ਬਦਤਮੀਜ਼ੀ ਕਰ ਦਿੱਤੀ ਨਾ, ਕਿ ਉਹ ਸਿੱਧਾ ਗੁਰੂ ਮਹਾਰਾਜ ਦੀ ਹੀ ਤੁਲਨਾ ਇੱਕ ਨਸ਼ੇ ਵਾਲੇ ਬੰਦੇ ਦੇ ਨਾਲ ਜਾਂ ਡੇਰੇ ਦੇ ਸਾਧ ਨਾਲ ਕਰਨ ਲੱਗ ਪਿਆ। ਸੋ ਸਾਨੂੰ ਇਹ ਲੱਗਦਾ ਹੈ ਕਿ ਜੋ ਵੀ ਗੁਰਦਾਸ ਮਾਨ ਨੇ ਕੀਤਾ ਹੈ ਨਾ, ਇਹ ਸਾਰਾ ਕੁਝ ਨਾ ਇੱਕ ਪਲਾਨਡ ਹੈ ਤੇ ਇਦਾਂ ਦੇ ਬੰਦੇ ਹਮੇਸ਼ਾ ਕਾਨੂੰਨ ਦੀ ਮਦਦ ਦੇ ਨਾਲ ਬਚ ਜਾਂਦੇ ਆ, ਕਿਉਂਕਿ ਕਾਨੂੰਨ ਜਿਹੜਾ ਹੈ ਨਾ ਇਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਬਣਿਆ, ਨਾ ਕਿ ਆਮ ਬੰਦੇ ਨੂੰ ਪ੍ਰੋਟੈਕਟ ਕਰਨ ਲਈ ਬਣਿਆ। ਇੱਕ ਮੇਰੇ ਖਿਆਲ ਉਸ ਤੋਂ ਬਾਅਦ ਉਹਨਾਂ ਨੇ ਵੀਡੀਓ ਪਾਈ ਵੀ ਸੀ ਆਪਣੇ ਸੋਸ਼ਲ ਮੀਡੀਆ ਤੇ ਜਿਸ ਵਿੱਚ ਸ਼ਾਇਦ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਦੇਖੋ ਜੀ, ਉਹ ਜਿਹੜੀ ਉਹਨਾਂ ਨੇ ਮਾਫੀ ਮੰਗੀ ਹੈ ਨਾ, ਉਹਦੇ ਵਿੱਚ ਵੀ ਉਹ ਇਹ ਮੰਨ ਕੇ ਮਾਫੀ ਨਹੀਂ ਮੰਗ ਰਿਹਾ ਕਿ ਉਹਨੇ ਗਲਤੀ ਕੀਤੀ ਹੈ। ਉਹ ਇਹ ਕਹਿੰਦਾ ਹੈ ਕਿ ਮੈਂ ਅਗਰ ਗਲਤੀ ਕੀਤੀ ਹੈ ਤਾਂ ਚਲੋ ਮੈਂ ਕਿਸੇ ਦਾ ਅਗਰ ਦਿਲ ਦੁਖਾਇਆ ਤੇ ਮੈਂ ਇੱਕ ਤਰ੍ਹਾਂ ਨਾਲ ਆਪਣੀ ਮਾਫੀ ਮੰਗਦਾ। ਮਗਰ ਦੇਖੋ, ਜੇ ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੈਗਾ ਕਿ ਉਹਨੇ ਗਲਤੀ ਕੀ ਕੀਤੀ ਹੈ, ਤੁਲਨਾ ਕਿਹਦੇ ਨਾਲ ਕਰ ਦਿੱਤੀ ਹੈ, ਜਾਂ ਉਹ ਆਪਣਾ ਜੇ ਉਹ ਸੈਲੀਬ੍ਰਿਟੀ ਹੈਗਾ ਉਹਨੂੰ ਆਪਣੇ ਮੂੰਹ ਤੋਂ ਨਿਕਲੇ ਸ਼ਬਦਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਉਹਦੀ ਗੱਲ ਕਿੱਥੇ ਤੱਕ ਜਾਣੀ ਹੈ। ਜਿਹੜਾ ਆਮ ਬੰਦਾ ਵੀ ਹੈਗਾ ਨਾ, ਉਹ ਵੀ ਇਹ ਚੀਜ਼ਾਂ ਬੜੀ ਸੰਕੋਚ ਕੇ ਕਰਦਾ ਹੈ ਕਿ ਉਹਨੂੰ ਕੋਈ ਇਦਾਂ ਦੀ ਗੱਲ ਨਾ ਕਹਿਣੀ ਪਏ ਜਾਂ ਇਦਾਂ ਦਾ ਕੋਈ ਵਰਡ ਨਾ ਮੂੰਹੋਂ ਨਿਕਲੇ ਜਿਹਦੇ ਕਰਕੇ ਉਹਨੂੰ ਸਮੱਸਿਆ ਆਵੇ। ਬਟ ਇਹ ਭੂਏ ਬਹੁਤ ਚੜ੍ਹ ਗਏ ਹੋਏ ਆ, ਜਿਹੜੀ ਸਿੱਧੀ ਭਾਸ਼ਾ 'ਚ ਕਹਿੰਦੇ ਭੂਏ ਚੜ੍ਹ ਗਏ ਹੋਏ ਲੋਕ ਨੇ। ਤੇ ਸਟੇਟ ਜਿਹੜੀ ਹੈ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਨਾਹ ਦੇ ਹੀ ਰਹੀ ਹੈ। ਹੁਣ ਤੁਹਾਨੂੰ ਵਕੀਲ ਸਾਹਿਬ ਨੇ ਜਿਹੜਾ ਸਾਰੀ ਗੱਲ ਦੱਸੀ ਹੈ ਕਿ ਕਿੱਦਾਂ UCR ਬਣ ਰਹੀ ਹੈ, ਕੰਪਲੇਂਟ ਕੈਂਸਲੇਸ਼ਨ ਬਣਾਉਣ ਤੱਕ ਉਹ ਚਲੇ ਗਏ ਨੇ। ਤੇ ਜੇ ਆਪਾਂ ਲੋਕ ਇਸ ਚੀਜ਼ ਦੇ ਲਈ ਨਾ ਡਟੇ ਰਹੇ ਤੇ ਇਹਨਾਂ ਨੇ ਤਾਂ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਆਮ ਕਰ ਦੇਣੀਆਂ ਲੋਕਾਂ ਨੂੰ, ਜਿੱਦਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖ ਕੇ ਅੱਜ ਇੰਨਾ ਰੋਹ ਨਹੀਂ ਚੜ੍ਹਦਾ ਜਿਹੜਾ ਫਸਟ ਡੇ ਚੜ੍ਹਦੇ ਸੀ। ਸੋ ਇਦਾਂ ਦੀਆਂ ਘਟਨਾਵਾਂ ਇਹਨਾਂ ਨੇ ਆਮ ਕਰ ਦੇਣੀਆਂ। ਇਹ RSS ਦੇ ਪਿੱਠੂ ਨੇ ਇਹਨਾਂ ਨੇ ਆਪਣੀ ਲੈਂਗੁਏਜ ਵਿੱਚ ਇਹ ਟਰਮਸ ਯੂਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ। ਸੋ ਆਪਾਂ ਤਾਂ ਇਹੀ ਮੰਨਦੇ ਹਾਂ ਕਿ ਐਡਮਿਨਿਸਟ੍ਰੇਸ਼ਨ ਵੀ ਇਹ 'ਚ ਉਨਾ ਹੀ ਦੋਸ਼ੀ ਹੈ ਜਿੰਨਾ ਗੁਰਦਾਸ ਮਾਨ ਦੋਸ਼ੀ ਹੈ। ਜੇ ਉਹਨਾਂ ਨੂੰ ਬਚਾਉਣ ਦੇ ਲਈ ਉਹ ਇੰਨਾ ਵਾਸ ਲਾ ਰਹੇ ਨੇ ਆਪਣਾ, ਤੇ ਸਾਰਾ ਕੁਝ ਜਿਹੜਾ ਹੈਗਾ ਮੈਂ ਮੰਨਦਾ ਕਿ ਰਲ ਮਿਲ ਕੇ ਹੀ ਹੋ ਰਿਹਾ। ਭਾਈ ਜਿਵੇਂ ਅਸੀਂ ਸ਼ੁਰੂਆਤ ਕੀਤੀ ਹੈ ਵੀ ਕਾਨੂੰਨ ਜਿਹੜਾ ਹੈਗਾ ਕਈ ਵਾਰ ਇਹ ਸਵਾਲ ਖੜਾ ਹੁੰਦਾ ਹੈ ਵੀ ਸਭ ਦੇ ਲਈ ਬਰਾਬਰ ਹੈ ਜਾਂ ਫਿਰ ਨਹੀਂ। ਪੁਲਿਸ ਵੱਲੋਂ FIR ਵੀ ਦਰਜ ਕੀਤੀ ਗਈ, ਜੁਰਮ 'ਚ ਵਾਧਾ ਕਰਕੇ 295 ਵੀ ਲਾਈ ਗਈ ਤੇ ਬਿਨਾਂ ਸਟੇਟਮੈਂਟਸ ਤੋਂ ਹੀ ਹੁਣ ਪੁਲਿਸ ਕੈਂਸਲੇਸ਼ਨ ਫਾਈਲ ਕਰ ਰਹੀ ਹੈ। ਬਿਲਕੁਲ ਇਹੀ ਗੱਲ ਤੇ ਸਾਡਾ ਮਾਮਲਾ ਆ ਕੇ ਖੜ ਚੁੱਕਾ ਹੈ ਕਿ ਜਿਹੜੇ ਕੰਪਲੇਨੈਂਟਸ ਨੇ ਉਹਨਾਂ ਨੇ ਹੁਣ ਕੋਰਟ ਨੂੰ ਅਪਰੋਚ ਕੀਤਾ। ਹੁਣ ਕੋਰਟ ਨੂੰ ਕੋਈ ਆਰਡਰ ਤਾਂ ਕਰਨਾ ਹੀ ਪਏਗਾ, ਜਾਂ ਉਹ ਐਜ਼ ਏ ਪ੍ਰਾਈਵੇਟ ਕੰਪਲੇਂਟ ਉਹਨੂੰ ਕੰਸੀਡਰ ਕਰਨਗੇ, ਔਰ ਇਨਵੈਸਟੀਗੇਸ਼ਨ ਬਾਇਸ ਆਈ ਤਾਂ ਦਿਖ ਹੀ ਗਿਆ ਕੋਰਟ ਨੂੰ। ਜੇ ਬਾਈ ਚਾਂਸ ਇਹਨਾਂ ਨੇ ਕੋਈ ਇਦਾਂ ਦੀ ਬੇਅਦਬੀ ਵਾਲੀ ਘਟਨਾ ਕੋਈ ਇਹਨਾਂ ਦੇ ਖਿਲਾਫ 295 ਲੱਗੀ ਹੁੰਦੀ ਕਿ ਪੁਲਿਸ ਤਾਂ ਵੀ ਇਹਨਾਂ ਦੇ ਖਿਲਾਫ ਕੈਂਸਲੇਸ਼ਨ, ਇਹਨਾਂ ਦੇ FIR ਕੈਂਸਲ ਕਰਨ ਦੀ ਰਿਪੋਰਟ ਪੇਸ਼ ਕਰ ਦਿੰਦੀ। ਬਾਕੀ ਜਿਹੜੇ ਕੇਸਿਸ ਦੇਖੇ ਆ ਤੁਸੀਂ ਵੀ ਜਾਣਦੇ ਹੋ ਇਹਨਾਂ ਗੱਲਾਂ ਨੂੰ, ਉਸ ਤਾਂ ਨਾਲ ਉਸੇ ਵੇਲੇ 60 ਦਿਨ ਦੇ ਵਿੱਚ ਚਲਾਨ ਵੀ ਪੇਸ਼ ਹੋ ਜਾਂਦਾ ਹੈ ਤੇ ਕਿੰਨੇ ਸਾਲ ਹੀ ਮੈਂ ਕਹਿੰਦਾ ਪੁਲਿਸ ਮੁਲਾਜ਼ਮ ਪੇਸ਼ ਵੀ ਨਹੀਂ ਹੁੰਦੇ, ਚਾਹੇ ਉਹਨਾਂ ਦਾ ਬੇਲੇਬਲ ਵਾਰੰਟ ਵੀ ਨਿਕਲ ਜਾਣ, ਫਿਰ ਆ ਕੇ ਉਹ ਗਵਾਹੀਆਂ ਦਿੰਦੇ ਨੇ। ਪਰ ਇਹ ਸਪੈਸ਼ਲ ਕੇਸ ਹੈ, ਸਪੈਸ਼ਲ ਕੇਸ ਬਣਾ ਦਿੱਤਾ ਗਿਆ ਪੁਲਿਸ ਵੱਲੋਂ, ਸੀਗਾ ਨਹੀਂ ਇਹ। ਹੀ ਹੈਜ਼ ਟੂ ਬੀ ਜਿਹੜਾ ਸਿਮਿਲਰ ਫੁਟਿੰਗਸ ਤੇ ਹੋਣਾ ਚਾਹੀਦਾ ਸੀ। ਬਿਲਕੁਲ ਲਾਅ ਹੈ ਜਿਹੜਾ ਉਹ ਮੈਂਡੇਟ ਹੈ ਸਾਰੇ ਲਈ, ਇਹ ਵਿਲਿੰਗਨੈਸ ਨਹੀਂ ਹੈ। ਲਾਅ ਹੈ ਜਿਹੜਾ ਉਹ ਕਨਵਿਕਸ਼ਨ ਜਾਂ ਇਕੁਇਟਲ ਮਾਈਂਡ ਹੈ, ਲਾਅ ਮਰਜ਼ੀ ਨਾਲ ਨਹੀਂ ਚੱਲਣਾ ਚਾਹੀਦਾ। ਇਸੇ ਕਰਕੇ ਅਸੀਂ ਪ੍ਰੋਟੈਸਟ ਫਾਈਲ ਕੀਤਾ ਇਹਨੂੰ। ਪ੍ਰੋਟੈਸਟ ਜੋ ਵੀ ਬਣਦਾ ਇਨਸਾਫ ਹੈ ਜਾਂ ਜਸਟਿਸ ਹੈ ਉਹ ਤੁਹਾਨੂੰ ਲੱਗਦਾ ਹੈ ਵੀ ਜਲਦ ਮਿਲੇਗਾ, ਜਾਂ ਫਿਰ ਜਿਹੜੇ ਪੁਲਿਸ ਵਾਲੇ ਕੰਮ ਠੀਕ ਤਰ੍ਹਾਂ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਵੀ ਤੁਸੀਂ ਅੱਗੇ ਕੋਸ਼ਿਸ਼ ਕਰੋਗੇ ਵੀ ਕਾਰਵਾਈ ਕੀਤੀ ਜਾਵੇ? ਬਿਲਕੁਲ, ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਫਰਦਰ ਵੀ ਕਰਾਂਗੇ ਜਦ ਤੱਕ ਕੰਪਲੇਨੈਂਟ ਸਟੈਂਡ ਕਰ ਰਹੇ ਨੇ। ਕੰਪਲੇਨੈਂਟ ਤੋਂ ਥਰੂ ਅਸੀਂ ਪ੍ਰੋਟੈਸਟ ਪਟੀਸ਼ਨ ਫਾਈਲ ਕਰ ਚੁੱਕੇ ਹਾਂ ਆਲਰੇਡੀ। ਉਸ ਜੋ ਵੀ ਮਾਨਯੋਗ ਅਦਾਲਤ ਫੈਸਲਾ ਸੁਣਾਉਂਦੀ ਹੈ, ਠੀਕ ਹੈ। ਜਿਸ ਤਰੀਕੇ ਦੇ ਨਾਲ ਇਹ ਸਾਰਾ ਕੇਸ ਚੱਲਿਆ ਆ, ਉਹਦੇ ਵਿੱਚ ਸਭ ਤੋਂ ਅਹਿਮ ਚੀਜ਼ ਨੋਟ ਕਰਨ ਵਾਲੀ ਇਹ ਆ ਵੀ ਜਿਸ ਮੁਲਕ ਨੂੰ ਲੋਕਤੰਤਰ ਕਿਹਾ ਜਾਂਦਾ, ਜਿੱਥੇ ਇਹਦੀਆਂ ਬੜੇ ਗੁਣਗਾਨ ਕੀਤੇ ਜਾਂਦੇ ਆ,
ਪਰ ਇਸੇ ਮੁਲਕ ਦੇ ਵਿੱਚ ਹਜ਼ਾਰਾਂ ਐਸੇ ਕੇਸ ਆ ਜਿਹੜੇ ਇਹ ਸਿੱਧ ਕਰਦੇ ਆ ਵੀ ਇੱਥੇ ਕਾਨੂੰਨ ਜਿਹੜਾ ਆ ਉਹ ਇਕੁਅਲ ਨਹੀਂ ਆ, ਉਹ ਸਟੈਂਡਰਡਲਾਈਜ਼ ਕੀਤਾ ਜਾਂਦਾ। ਉਹ ਆਮ ਬੰਦੇ ਲਈ ਤਾਂ ਕਾਨੂੰਨ ਪੂਰੀ ਸਖਤੀ ਦੇ ਨਾਲ ਲਾਗੂ ਹੁੰਦਾ, ਪਰ ਜੇ ਉਹਦੇ ਵਿੱਚ ਚਿਹਰਾ ਕੋਈ ਐਸਾ ਆ ਜਿਹਦਾ ਸਟੇਟ ਦੇ ਨਾਲ ਬਹੁਤ ਨੇੜਲਾ ਨੇਤਾ ਆ, ਰਿਸ਼ਤਾ ਹੈਗਾ ਆ ਲਾਗੇ ਦਾ, ਤੇ ਉਹ ਸਟੇਟ ਦੀ ਬੋਲੀ ਬੋਲਦਾ, ਤੇ ਉਹਨੂੰ ਬਚਾਉਣ ਲਈ ਪੂਰੀ ਸਟੇਟ ਦਾ ਜਿਹੜਾ ਤਾਮਝਾਮ ਆ ਨਾ ਸਾਰਾ ਇਕੱਠਾ ਹੋ ਕੇ ਉਹਦੀ ਸਪੋਰਟ ਕਰਦਾ। ਤੁਸੀਂ ਦੇਖੋ ਵੀ ਇੱਕ ਮੁਲਕ ਦੇ ਅੰਦਰ ਕੰਪਲੇਂਟ ਫਾਈਲ ਕਰਨ ਨੂੰ ਵੀ ਧਰਨੇ ਲਾਉਣੇ ਪੈਂਦੇ ਹੈ। ਕਿਸੇ ਮੁਲਕ ਦੇ ਵਿੱਚ ਇਦਾਂ ਦਾ ਕਾਨੂੰਨ ਕਿ ਤੁਸੀਂ ਆਪ ਦੀ ਸ਼ਿਕਾਇਤ FIR ਕੀ ਹੁੰਦੀ ਆ, ਫਸਟ ਇਨਫੋਰਮੇਸ਼ਨ ਹੈ, ਉੱਤੇ ਕੋਈ ਫੈਸਲਾ ਨਹੀਂ ਹੋਣਾ ਹੁੰਦਾ। ਮੈਂ ਨਜਾਇਜ਼ ਵੀ ਕਿ ਇਹਨਾਂ ਦੇ ਖਿਲਾਫ ਕੋਈ ਨਜਾਇਜ਼ ਵੀ ਕੰਪਲੇਂਟ ਕਰਨੀ ਤਾਂ ਮੇਰਾ ਹੱਕ ਮੈਂ ਕਰ ਸਕਦਾ ਜਾ ਕੇ, ਫੈਸਲਾ ਬਾਅਦ 'ਚ ਹੋਣਾ ਹੁੰਦਾ ਵੀ ਗੱਲ ਮੇਰੀ ਜਾਇਜ਼ ਆ ਜਾਂ ਨਜਾਇਜ਼ ਆ। ਇੱਥੇ 3-3 ਦਿਨ ਅਸੀਂ ਸੜਕਾਂ ਤੇ ਰਾਤਾਂ ਕੱਟਦੇ ਹਾਂ ਸਿਰਫ ਇੰਨੀ ਗੱਲ ਨੂੰ ਕਿ ਸ਼ਰੇਆਮ ਇੱਕ ਬੰਦਾ ਪਬਲਿਕਲੀ ਉਹ ਰੋਂਗ ਸਟੇਟਮੈਂਟ ਦਿੰਦਾ, ਉਹ ਗੁਰੂ ਸਾਹਿਬ ਦੀ ਤੋਹੀਨ ਕਰਦਾ, ਉਹਦੇ ਖਿਲਾਫ FIR ਕਰਾਉਣ ਨੂੰ ਵੀ ਸਾਨੂੰ 3-3 ਦਿਨ ਧਰਨੇ ਲਾਉਣੇ ਪੈਂਦੇ ਆ। ਫਿਰ ਉਹ ਧਰਨਿਆਂ ਤੋਂ ਬਾਅਦ 'ਚ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕਈ ਮਹੀਨੇ ਤੱਕ ਉਹਨੂੰ ਠੰਡੇ ਬਸਤੇ ਦੇ ਵਿੱਚ ਹਾਈ ਕੋਰਟ ਦੇ ਜਿਹੜੇ ਕੋਈ ਗੱਲਬਾਤ ਹੈ ਕਿ ਉਹਨੂੰ ਵੀ ਛਿੱਕੇ ਟੰਗਿਆ ਜਾਂਦਾ। ਇਹਦਾ ਮਤਲਬ ਹਾਈ ਕੋਰਟ ਨੂੰ ਵੀ ਇਹ ਲੋਕ ਜਿਹੜੇ ਹੈਗੇ ਆਪਣੇ ਹੱਥਾਂ ਦੀ ਕਠਪੁਤਲੀ ਸਮਝਦੇ ਪਏ ਆ। ਅੱਜ ਕਈ ਮਹੀਨਿਆਂ ਤੋਂ ਬਾਅਦ 'ਚ ਪੁਲਿਸ ਵਾਲੇ ਇਹ ਕਹਿੰਦੇ ਆ ਜੀ ਦੋਏ ਧਿਰਾਂ ਦੇ ਵੱਲੋਂ ਕੋਈ ਗੱਲ ਨਹੀਂ ਹੋਈ ਜੀ, ਅਸੀਂ ਉਹ ਕੈਂਸਲੇਸ਼ਨ ਰਿਪੋਰਟ ਦਾਇਰ ਕਰਨੀ ਹੈ, ਜਦ ਕਿ ਅਸੀਂ ਕੰਪਲੇਂਟ ਕਰਤਾ ਆ ਔਰ ਸਾਨੂੰ ਇਨਫੋਰਮੇਸ਼ਨ ਤੱਕ ਨਹੀਂ ਇਸ ਚੀਜ਼ ਦੀ। ਅਸੀਂ ਖੁਦ ਆਪਣੇ ਵਕੀਲਾਂ ਦੇ ਜ਼ਰੀਏ SHO ਨੂੰ ਤੇ ਪ੍ਰਸ਼ਾਸਨ ਦੇ ਹੋਰ ਆਲਾ ਅਧਿਕਾਰੀਆਂ ਨੂੰ ਲੈਟਰ ਪਵਾਉਂਦੇ ਪਏ ਵੀ ਗੱਲ ਗਾਂਹ ਕਿਉਂ ਨਹੀਂ ਤੁਰ ਰਹੀ, ਤੇ ਅੱਜ ਇਹ ਸਾਨੂੰ ਕਹਿੰਦੇ ਜੀ ਕੈਂਸਲੇਸ਼ਨ ਰਿਪੋਰਟ ਦੇਣੀ ਹੈਗੀ ਆ। ਇਹ ਲਾਅ ਐਂਡ ਜਿਹੜਾ ਆਰਡਰ ਦੀ ਜਿਹੜੀਆਂ ਗੱਲਾਂ ਇਹ ਕਰਦੇ, ਜਿੱਥੇ ਆਹ ਜਿਹੜਾ ਰੂਪ ਆ ਅਸਲ ਜਿਹੜਾ ਸਟੇਟ ਦੇ ਕਾਨੂੰਨ ਦਾ, ਇਹ ਇਹੋ ਜਿਹੇ ਜਿਹੜੇ ਕੇਸ ਹੁੰਦੇ ਨਾ ਇਹ ਲੋਕਾਂ ਨੂੰ ਦੱਸਦੇ ਆ ਵੀ ਇੱਥੇ ਕੋਈ ਕਾਨੂੰਨ ਨਾਂ ਦੀ ਚੀਜ਼ ਨਹੀਂ ਆ, ਜਿਸ ਕੀ ਲਾਠੀ ਉਸकी ਭੈਂਸ। ਇਸ ਪੂਰੇ ਮਾਮਲੇ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ, ਤੇ ਸਵਾਲ ਇਹ ਵੀ ਬਰਕਰਾਰ ਹੈ ਕਿ ਵਾਕਈ ਗੁਰਦਾਸ ਮਾਨ ਇੱਕ ਵੱਡੇ ਕਾਨੂੰਨੀ ਸੰਕਟ ਦੇ ਵਿੱਚ ਘਿਰਣਗੇ ਜਾਂ ਫਿਰ ਨਹੀਂ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਨਕੋਦਰ।